हुण असीं करांगे हार्टली ऑसीलेटर। हार्टली ऑसीलेटर जिहड़ा है वो मोस्ट फ्रीकुएंटली यूज्ड है और सब तो जिहड़ा सिंपल ऑसीलेटर है। ये 1915 ਦੇ ਵਿੱਚ ਰੈਲਫ ਹਾਰਟਲੀ ਜਿਹੜਾ ਹੈ ਉਹਨੇ ਜਿਹੜਾ ਡਿਵਾਈਸ ਕੀਤਾ ਸੀਗਾ। ਇਹਦੀ ਜਿਹੜੀ ਸਰਕਿਟ ਡਾਇਗਰਾਮ ਹੈ ਉਹਨੂੰ ਥੋੜ੍ਹਾ ਸਿੰਪਲ ਬਣਾਉਣ ਦੇ ਲਈ ਮੈਂ ਦੁਬਾਰਾ ਉੱਥੇ ਹੀ ਆਉਂਦੀ ਹਾਂ। ਇਹ ਜਿਹੜਾ ਵੋਲਟੇਜ ਡਿਵਾਈਡਿੰਗ ਬਾਈਸਿੰਗ ਸਰਕਿਟ ਜਿਹੜਾ ਹੈ ਉਹ ਤੁਸੀਂ ਲਗਾਓਗੇ, ਠੀਕ ਹੈ। ਇਹਦੇ ਵਿੱਚ ਸਿਮਿਲਰਲੀ ਜਿਵੇਂ ਸਿਰਫ ਇੱਕ ਵੇਰੀਏਸ਼ਨ ਹੈ ਕਿ ਇਸ ਜਗ੍ਹਾ 'ਤੇ ਸਾਡੇ ਕੋਲ ਲੱਗੇਗੀ RFC, ਜਿਹਨੂੰ ਅਸੀਂ ਬੋਲਦੇ ਹਾਂ ਰੇਡੀਓ ਫਰੀਕੁਐਂਸੀ ਚੋਕ। ਸੋ RFC ਜਿਹੜੀ ਹੈ ਤੁਹਾਡੀ ਇੱਥੇ ਲੱਗੇਗੀ। ਦਿਸ ਇਜ਼ ਹਾਈ ਫਰੀਕੁਐਂਸੀ ਸਿਗਨਲਸ ਨੂੰ ਬੇਸਿਕਲੀ ਇਹ ਬਲੌਕ ਕਰਦੀ ਹੈ, ਠੀਕ ਹੈ, ਔਰ DC ਸਿਗਨਲ ਨੂੰ ਜਿਹੜਾ ਉਹ ਪਾਸ ਕਰਨ ਦਿੰਦੀ ਹੈ। ਔਰ ਇਸ ਤੋਂ ਬਾਅਦ ਇਹ ਸਾਡੇ ਕੋਲ ਹੈਗਾ ਹੈ ਟੈਂਕ ਸਰਕਿਟ। ਇਹਨੂੰ ਐਕਚੁਅਲੀ ਇਸ ਪੁਆਇੰਟ ਨੂੰ ਅਸੀਂ ਇੱਥੇ ਜੁਆਇਨ ਕਰ ਦੇਣਾ। ਸੋ ਇਸ ਤਰੀਕੇ ਦੇ ਨਾਲ ਅਸੀਂ ਇੱਥੇ ਇਹਨੂੰ ਕਰਾਂਗੇ ਜੁਆਇਨ। ਮੋਰਓਵਰ ਇੱਥੇ ਅਸੀਂ ਇੱਕ ਹੋਰ ਜਿਹੜਾ ਕਪੈਸਿਟਰ ਹੈ ਉਹ ਅਸੀਂ ਲਗਾ ਰਹੇ ਹਾਂ, ਜਿਹਨੂੰ ਅਸੀਂ C1 ਜਿਹੜਾ ਕਪੈਸਿਟਰ ਉਹਦਾ ਨਾਮ ਦੇ ਰਹੇ ਹਾਂ। ਇਹ ਤੁਹਾਡਾ ਇੱਧਰ ਕਨੈਕਟ ਹੋ ਰਿਹਾ, ਠੀਕ ਹੈ। ਸੋ ਇੱਕ ਹੋਰ ਜਿਹੜਾ ਕਪੈਸਿਟਰ ਹੈ C2, ਜਿਹੜਾ ਕਿ ਇਹਦੇ RFC ਦੇ ਇਹਦੇ ਐਂਡ ਤੋਂ ਜਿਹੜਾ ਸ਼ੁਰੂ ਹੋ ਕੇ ਇੱਥੇ ਜਿਹੜਾ ਸਾਡੇ ਕੋਲ C2 ਜਿਹੜਾ ਕਪੈਸਿਟਰ ਹੈ ਉਹ ਲੱਗਿਆ ਹੋਇਆ, ਜਿਹੜਾ ਕਿ ਸੈਕਿੰਡ ਐਂਡ L2 ਦੇ ਨਾਲ ਜਿਹੜਾ ਜੁਆਇਨ ਹੈ। ਤੁਸੀਂ ਦੇਖ ਸਕਦੇ ਹੋ ਕਿ ਸਿੰਪਲ ਇੱਕ ਵੋਲਟੇਜ ਡਿਵਾਈਡਿੰਗ ਬਾਈਸਿੰਗ ਅਰੇਂਜਮੈਂਟ ਹੈ। ਸਿਰਫ ਇੱਕ ਇੱਥੇ RFC ਹੈ, C1 C2 ਨੇ, ਅਤੇ ਇੱਕ ਸਾਡੇ ਕੋਲ ਜਿਹੜਾ ਟੈਂਕ ਸਰਕਿਟ ਹੈ ਜਿਹਦੇ ਵਿੱਚ L1 L2 ਜਿਹੜੇ ਨੇ ਦੋ ਸਾਡੇ ਕੋਲ ਇੰਡਕਟਰਸ ਨੇ। ਸੋ ਇਹਦੀ ਵਰਕਿੰਗ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਇਸ ਕੀ ਨੂੰ ਅਸੀਂ ਜਦੋਂ ਕਲੋਜ਼ ਕਰ ਦਿੰਦੇ ਹਾਂ ਤਾਂ ਜਿਹੜਾ ਕਪੈਸਿਟਰ ਹੈ ਉਹ ਚਾਰਜ ਹੋਣਾ ਸ਼ੁਰੂ ਹੋ ਜਾਂਦਾ ਹੈ। C ਕਪੈਸਿਟਰ ਜਿਹੜਾ ਉਹ ਚਾਰਜ ਹੋਣਾ ਸ਼ੁਰੂ ਹੋ ਜਾਏਗਾ, ਔਰ ਜਦੋਂ ਉਹ ਫੁੱਲੀ ਚਾਰਜ ਹੋ ਗਿਆ ਤਾਂ ਫਿਰ ਇਹ ਡਿਸਚਾਰਜ ਹੋਊਗਾ ਥਰੂ ਦੀਸ ਕੋਇਲਸ L1 ਐਂਡ L2, ਠੀਕ ਹੈ, ਜਿਹੜੇ ਕਿ ਔਸੀਲੇਸ਼ਨਸ ਜਿਹੜੀਆਂ ਨੇ ਉਹ ਬਣਾਉਣਗੇ ਇਸ ਫਰੀਕੁਐਂਸੀ ਦੀਆਂ। ਔਰ ਉਸ ਤੋਂ ਬਾਅਦ ਹੈਗਾ ਹੈ ਕਿ ਜਿਹੜੀ ਆਊਟਪੁੱਟ ਵੋਲਟੇਜ ਹੈਗੀ ਹੈ ਉਹ ਅਕਰੋਸ L2 ਅਪੀਅਰ ਹੋਏਗੀ, ਕਿਉਂਕਿ ਇਹ ਆਊਟਪੁੱਟ ਸੈਕਸ਼ਨ ਦੇ ਵਿੱਚ ਜਿਹੜਾ L2 ਜਿਹੜਾ ਉਹ ਸਾਡੇ ਕੋਲ ਲੱਗਾ ਹੋਇਆ। ਇੱਥੋਂ ਅਸੀਂ ਲੈ ਰਹੇ ਹਾਂ L2 ਦੇ, ਫਿਰ ਇੱਥੋਂ ਲੈ ਰਹੇ ਹਾਂ ਅਸੀਂ। ਔਰ ਇਸ ਤੋਂ ਇਲਾਵਾ ਜਿਹੜੀ L1 ਦੇ ਅਕਰੋਸ ਜਿਹੜੀ ਵੋਲਟੇਜ ਹੈ ਉਹ 180 ਡਿਗਰੀ ਆਊਟ ਆਫ ਫੇਜ਼ ਹੈਗੀ ਹੈ ਵਿਦ ਦ ਵੋਲਟੇਜ ਅਕਰੋਸ L2, ਠੀਕ ਹੈ। ਔਰ ਇੱਕ 180 ਦਾ ਡਿਫਰੈਂਸ ਇੱਥੋਂ ਆ ਗਿਆ। ਇੱਕ 180 ਡਿਫਰੈਂਸ ਜਿਹੜਾ ਉਹ ਆਏਗਾ ਕਿਉਂਕਿ ਜਿਹੜਾ ਟਰਾਂਜ਼ਿਸਟਰ ਹੈ ਉਹ ਆਪਣਾ ਜਿਹੜਾ ਫੇਸ ਸ਼ਿਫਟ ਹੈ ਉਹ ਦੇਗਾ। ਜਿਵੇਂ CE ਜਿਹੜਾ ਐਂਪਲੀਫਾਇਰ ਹੈ ਉਹ ਸਾਨੂੰ ਪਤਾ ਹੈ ਕਿ ਫੇਸ ਸ਼ਿਫਟ ਜਿਹੜਾ ਸਾਨੂੰ ਦਿੰਦਾ ਹੈ। ਸੋ ਓਵਰਆਲ 360 ਡਿਗਰੀ ਦਾ ਜਿਹੜਾ ਫੇਸ ਸ਼ਿਫਟ ਹੈ ਉਹ ਆ ਜਾਏਗਾ। ਸੋ ਇਸ ਤਰੀਕੇ ਨਾਲ ਜਿਹੜੀ ਇਨ ਫੇਜ਼ ਜਿਹੜੀ ਇਨਪੁੱਟ ਹੈ, ਜਿਹੜੀ ਮਤਲਬ ਜਿਹੜੀ ਜੋ ਅਸੀਂ ਫੈਡ ਕਰਨਾ ਹੈ ਉਹ 360 ਡਿਗਰੀ ਇਨ ਫੇਜ਼ ਹੈ, ਜਿਸ ਕਾਰਨ ਸਾਡੇ ਕੋਲ ਜਿਹੜੀ ਬਾਰਕਨਸਨ ਕ੍ਰਾਈਟੀਰੀਅਨ ਜਿਹੜਾ ਉਹ ਸਾਡਾ ਫੁੱਲਫਿਲ ਹੋ ਜਾਂਦਾ ਹੈ। ਮੂਵਿੰਗ ਟੂਵਰਡਸ ਨੈਕਸਟ ਟੋਪਿਕ ਵਿਚ ਇਜ਼ ਡੈਰੀਵੇਸ਼ਨ ਆਫ ਫ੍ਰੀਕੁਐਂਸੀ ਐਂਡ ਕੰਡੀਸ਼ਨ ਫॉर द ਸਸਟੇਨਡ ਔਸੀਲੇਸ਼ਨਸ। ਸੋ ਇਹਦੇ ਵਿੱਚ ਜਦੋਂ ਅਸੀਂ ਡਰਾਈਵ ਕਰਨੀ ਹੈ ਤਾਂ ਜਿਸ ਤਰ੍ਹਾਂ ਅਸੀਂ ਉਹੀ H ਪੈਰਾਮੀਟਰ ਇਕੁਇਵਲੈਂਟ ਸਰਕਿਟ ਜਿਹੜਾ ਉਹ ਅਸੀਂ ਇੱਥੇ ਡਰॉ ਕਰ ਲੈਣਾ। ਉਸ ਸਰਕਿਟ ਤੋਂ ਦੇਖ ਕੇ ਅਸੀਂ ਇੱਧਰ ਜਿਹੜਾ ਸਰਕਿਟ ਹੈ ਉਹ ਡਰॉ ਕਰ ਦਿੱਤਾ ਹੈ। ਔਰ ਇਹਦੇ ਵਿੱਚ ਅਸੀਂ ਬੇਸਿਕਲੀ ਤੇ ਰਿਐਕਟੈਂਸਿਸ ਹੀ ਜਿਹੜੇ ਹੈ ਉਹ ਨਿਕਾਲਣੇ ਹੁੰਦੇ ਨੇ। ਤੁਸੀਂ ਇੱਥੇ ਦੇਖਦੇ ਹੋ ਕਿ ਇਹ ਜਿਹੜਾ ਇਹ ਤੁਹਾਡਾ ਫਾਰਵਰਡ ਬਾਈਸਿੰਗ ਇੱਧਰ ਹੈ ਵਾਲਾ ਜਿਹੜਾ ਇਨਪੁੱਟ ਸੈਕਸ਼ਨ ਹੈ, ਬੇਸਿਕਲੀ ਇਹ ਤੁਹਾਡਾ ਆਊਟਪੁੱਟ ਸੈਕਸ਼ਨ ਹੈ। ਇੱਥੇ ਤੁਹਾਡੀ ਆਊਟਪੁੱਟ ਕੋਇਲ ਹੈਗੀ ਹੈ। ਇਹ ਸਾਰਾ ਉਸੇ ਤਰ੍ਹਾਂ ਐਨਾਲੋਜਿਸ ਜਿਹੜਾ ਹੈ ਸਰਕਿਟ ਜਿਹੜਾ ਉਹ ਬਣਾਇਆ ਹੋਇਆ ਵਾ। ਇਹਦੀਆਂ ਜਦੋਂ ਅਗਰ ਅਸੀਂ ਇੰਡਕਟਿਵ ਰਿਐਕਟੈਂਸ ਦੇਖੀਏ L1 ਐਂਡ L2 ਅਲੋਂਗ ਦੇਅਰ ਮਿਊਚੁਅਲ ਇੰਡਕਟੈਂਸ, ਇਹਦੇ ਵਿੱਚ ਇਸ ਪਾਥ ਵਿੱਚ ਅਗਰ ਅਸੀਂ ਦੇਖਦੇ ਹਾਂ ਤਾਂ Z1 ਦੀ ਵੈਲਿਊ ਜਿਹੜੀ ਇੱਕ ਤਾਂ L1 ਦੇ ਕਰਕੇ ਆ ਰਹੀ ਹੈ, ਦੂਜੀ ਸਾਡੀ M ਦੇ ਕਰਕੇ ਆ ਰਹੀ ਹੈ। ਸੋ ਇੱਕ ਤਾਂ ਇਹਦਾ ਆਪਣਾ ਰਿਐਕਟੈਂਸ ਹੈ L1 ਦਾ, ਦੂਸਰਾ L2 ਦੇ ਕਰਕੇ ਜਿਹੜੀ ਮਿਊਚੁਅਲ ਇੰਡਕਟੈਂਸ ਹੈ ਉਹ ਹੈਗੀ ਹੈ। ਸਿਮਿਲਰਲੀ Z2 ਜਿਹੜਾ ਉਹ ਸਾਡੇ ਕੋਲ ਆਏਗੀ ਆਇਓਟਾ ਓਮੇਗਾ L2 ਪਲਸ ਓਮੇਗਾ M, ਆਇਓਟਾ ਓਮੇਗਾ M। ਸੋ ਇਹ ਜਿਹੜਾ ਇਹ Z1 Z2 ਇੰਡਕਟਿਵ ਰਿਐਕਟੈਂਸ ਹੈ L1 ਐਂਡ L2 ਦਾ। ਔਰ C ਜਿਹੜਾ ਕਪੈਸਿਟਰ ਹੈ ਉਹਦਾ ਜਿਹੜਾ ਕਪੈਸਿਟਿਵ ਰਿਐਕਟੈਂਸ ਹੈ ਉਹ 1 ਬਾਏ ਆਇਓਟਾ ਓਮੇਗਾ C ਹੁੰਦਾ। ਸੋ ਇੱਥੇ ਜਿਹੜਾ ਹੈ ਉਹ ਇਹਨੂੰ ਲਿਖਿਆ ਹੋਇਆ -j/ω/C। ਸੋ ਅਸੀਂ ਹੁਣ ਇਹਨਾਂ ਤਿੰਨਾਂ ਦਾ ਇੱਕ ਕਹਿ ਲਓ ਇਕੁਇਵਲੈਂਟ ਜਿਹੜਾ ਅਸੀਂ ਇੰਪੀਡੈਂਸ ਜਿਹੜਾ ਉਹ ਕੈਲਕੂਲੇਟ ਕਰਨਾ।
सो फरदर ओवरऑल जिहड़ा इंपीडेंस ZL ਅਸੀਂ ਪਤਾ ਕਰਨਾ ਹੈ। ਦੇਖੋ ਅਸੀਂ ਇਹਨੂੰ Z1 ਦੇ ਨਾਲ ਰਿਪਲੇਸ ਕਰਤਾ, ਇਹਨੂੰ Z2 ਨਾਲ, ਤੇ ਇੱਥੇ ਜਿਹੜਾ ਕਪੈਸਿਟਰ ਸੀ ਉਹ Z3 ਦੇ ਨਾਲ ਅਸੀਂ ਰਿਪਲੇਸ ਕਰਤਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਹੁਣ ਕੋਇਲਸ ਦੀ ਜਗ੍ਹਾ 'ਤੇ ਸਿੰਪਲ ਰੈਜ਼ਿਸਟੈਂਸ ਕਹਿ ਲਓ ਯੂਜ਼ ਕਰ ਰਹੇ ਹਾਂ, ਕਿਉਂਕਿ ਕੋਇਲ ਦਾ ਜਿਹੜਾ ਰੈਜ਼ਿਸਟੈਂਸ ਹੈ ਉਹ Z1 ਹੈ। ਸਿਮਿਲਰਲੀ L2 ਕੋਇਲ ਦਾ ਜਿਹੜਾ ਉਹ Z2 ਹੈ, ਔਰ ਜਿਹੜਾ ਕਪੈਸਿਟੈਂਸ ਹੈ ਜਿਹੜਾ ਇੱਥੇ ਕਪੈਸਿਟਰ ਅਸੀਂ ਲਗਾਇਆ ਸੀ C, ਉਹਦਾ ਕਪੈਸਿਟਿਵ ਰਿਐਕਟੈਂਸ ਜਿਹੜਾ ਉਹ Z3 ਹੈਗਾ। ਸੋ ਤੁਸੀਂ ਦੇਖਦੇ ਹੋ ਕਿ ਇੱਥੇ ਸਭ ਤੋਂ ਪਹਿਲੇ ਤਾਂ ਅਸੀਂ ਨਿਕਾਲਾਂਗੇ Z ਡੈਸ਼, ਠੀਕ ਹੈ। Z ਡੈਸ਼ ਬੇਸਿਕਲੀ ਹੈਗਾ ਏ Z1 ਤੇ ਇਹਦਾ ਇਨਪੁਟ ਰੈਜ਼ਿਸਟੈਂਸ, ਮਤਲਬ ਇਹਨਾਂ ਦੋਨਾਂ ਦਾ HIE ਤੇ Z1। ਸੋ ਇਹ ਦੋਨੋਂ ਜਿਹੜੇ ਨੇ ਪੈਰਲਲ ਦੇ ਵਿੱਚ ਲੱਗੇ ਹੋਏ ਨੇ। ਸੋ ਪੈਰਲਲ ਕੰਬੀਨੇਸ਼ਨ ਵਾਲਾ ਜਿਹੜਾ Z ਡੈਸ਼ ਹੈ ਉਹ ਅਸੀਂ ਨਿਕਾਲ ਲੈਣਾ। ਸੋ ਇੱਥੇ ਇਸ ਪੂਰੀ ਦੀ ਜਗ੍ਹਾ ਦੇ ਉੱਪਰ ਸਾਡੇ ਕੋਲ Z ਡੈਸ਼ ਆ ਜਾਏਗਾ। ਸੋ 1/Z ਡੈਸ਼ ਇਜ਼ ਇਕੁਅਲ ਟੂ 1/Z1। ਸੋ ਇਸੇ ਤਰੀਕੇ ਸਾਡੇ ਕੋਲ ਇਕੁਇਲੈਂਟ ਇੰਪੀਡੈਂਸ ਜਿਹੜਾ Z ਡੈਸ਼ ਜਿਹੜਾ ਉਹ ਸਾਡੇ ਕੋਲ ਆ ਜਾਂਦਾ Z1 HIE ਅਪੋਨ Z1 ਪਲੱਸ HIE, ਮਤਲਬ ਇਸ ਪੂਰਾ ਬੜਾ ਪਾਰਟ ਹੈ ਸਾਡਾ Z ਡੈਸ਼ ਦੇ ਨਾਲ ਰਿਪਲੇਸ ਹੋ ਗਿਆ। ਸਿਮਿਲਰਲੀ ਅੱਗੇ ਅਸੀਂ Z ਡੈਸ਼ ਜਿਹੜਾ ਹੈ, ਕਿਉਂਕਿ ਇਨ ਸੀਰੀਜ਼ ਵਿਦ Z3 ਹੈ, ਮਤਲਬ ਇਹ ਵਾਲਾ ਪਾਰਟ ਹੈ, ਠੀਕ ਹੈ। ਤੋ ਇਹ Z ਡੈਸ਼ ਹੈ, ਇਹ Z3 ਹੈ। ਇਹਨਾਂ ਦੋਨੋਂ ਕਿਉਂਕਿ ਸੀਰੀਜ਼ ਵਿੱਚ ਨੇ ਤੇ ਟੋਟਲ ਜਿਹੜਾ ਇੰਪੀਡੈਂਸ ਹੈ ਉਹ ਐਡ ਹੋ ਜਾਏਗਾ Z ਡੈਸ਼ ਪਲੱਸ Z3। ਸੋ ਇਹਦੇ ਨਾਲ ਹੁਣ ਇਹ ਜਿਹੜਾ ਇਹ ਪੈਰਲਲ ਦੇ ਵਿੱਚ ਹੈ Z2। ਸੋ ਇਸ ਲਈ Z ਡੈਸ਼ ਤੇ Z2 ਇਹ ਦੋਨੋਂ ਪੈਰਲਲ ਦੇ ਵਿੱਚ ਹੋਣ ਕਰਕੇ ਜਿਹੜਾ ਨੈਟ ਇੰਪੀਡੈਂਸ ਜਿਹੜਾ ਹੈ ਉਹ ਸਾਡੇ ਕੋਲ 1/ZL ਆਉਂਦਾ ਹੈ। ਸੋ ਤੁਸੀਂ ਇਹਨੂੰ ਮੈਂ ਦੁਬਾਰਾ ਰਿਪੀਟ ਕਰ ਰਹੀ ਹਾਂ ਕਿ L1 ਦੀ ਜਗ੍ਹਾ 'ਤੇ ਅਸੀਂ Z1 ਜਿਹੜਾ ਉਹ ਕੀਤਾ ਇੰਪੀਡੈਂਸ ਬਣਾਇਆ, L2 ਦੀ ਜਗ੍ਹਾ 'ਤੇ ਅਸੀਂ Z2 ਇੰਪੀਡੈਂਸ ਬਣਾਇਆ, Z3 ਜਿਹੜਾ ਇੰਪੀਡੈਂਸ ਹੈ ਦਿਸ ਇਜ਼ ਕੋਰਸਪੋਂਡਿੰਗ ਟੂ ਯੂਅਰ ਕਪੈਸਿਟੈਂਸ C, ਠੀਕ ਹੈ। ਸੋ ਇੱਥੇ ਅਸੀਂ ਦੇਖਦੇ ਹਾਂ ਕਿਉਂਕਿ ਸਾਡੇ ਕੋਲ ਇਨਪੁਟ ਰੈਜ਼ਿਸਟੈਂਸ HIE ਸੀਗਾ, ਮਤਲਬ ਹੈ ਨਾ। ਸੋ ਇਹ ਦੋਨੋਂ ਜਿਹੜੇ ਸੀਰੀਜ਼ ਵਿੱਚ ਹੋਣ ਪੈਰਲਲ ਦੇ ਵਿੱਚ ਹੋਣ ਕਰਕੇ ਇਹਨਾਂ ਦਾ ਇਫੈਕਟਿਵ ਰੈਜ਼ਿਸਟੈਂਸ ਜਿਹੜਾ ਹੈ ਉਹ Z ਡੈਸ਼ ਆਏਗਾ। ਫਿਰ Z ਡੈਸ਼ ਤੇ Z3 ਇਹਨਾਂ ਦੋਵਾਂ ਦਾ ਜਿਹੜਾ ਇਫੈਕਟਿਵ ਰੈਜ਼ਿਸਟੈਂਸ ਹੈ, ਜਾਂ ਕਹਿ ਲਓ ਐਕਚੁਅਲੀ ਰੈਜ਼ਿਸਟੈਂਸ ਇਜ਼ ਨਾਟ ਐਨ ਐਪਰੋਪਰੀਏਟ ਵਰਡ ਕਿਉਂਕਿ ਇਹਦੇ ਵਿੱਚ ਹੋਰ ਚੀਜ਼ਾਂ ਨੇ। ਸੋ ਇੰਪੀਡੈਂਸ ਇਜ਼ ਦਾ ਕਰੈਕਟ ਵਰਡ ਫॉर दैट। ਸੋ Z ਡੈਸ਼ ਔਰ Z3 ਜਿਹੜੇ ਹੈ ਇਹਨਾਂ ਦੋਵਾਂ ਨੂੰ ਅਸੀਂ ਜਦੋਂ ਐਡ ਅਪ ਕਰਦੇ ਹਾਂ ਤਾਂ ਟੋਟਲ ਇੰਪੀਡੈਂਸ ਇਫੈਕਟਿਵ ਇੰਪੀਡੈਂਸ ਓਨਲੀ ਫॉर ਦਿਸ ਥਿੰਗ ਐਸਾ ਤਿੰਨਾਂ ਦਾ ਸਾਡੇ ਕੋਲ ਆ ਜਾਏਗਾ Z ਡਬਲ ਡੈਸ਼। ਫਿਰ Z ਡਬਲ ਡੈਸ਼ ਤੇ Z2 ਅਸੀਂ ਇਹਨਾਂ ਦੋਵਾਂ ਨੂੰ ਫਿਰ ਲੈਵਾਂਗੇ। ਸੋ ਇਹ ਜਿਹੜਾ ਹੈ ਉਹ ਅਸੀਂ ਇਸ ਤਰ੍ਹਾਂ ਕਰਕੇ ਓਵਰਆਲ ਬੇਸਿਕ ਉਹੀ ਰੈਜ਼ਿਸਟੈਂਸ ਵਾਲੇ ਜਿਹੜੇ ਫਾਰਮੂਲਾਜ਼ ਲਗਾਏ ਨੇ ਕਿ ਅਗਰ ਸਾਡਾ ਪੈਰਲਲ ਦੇ ਵਿੱਚ ਹੈ ਸੋ ਰੈਸੀਪ੍ਰੋਕਲ ਲੈਣਾ ਹੁੰਦਾ ਹੈ, ਅਗਰ ਸੀਰੀਜ਼ ਵਿੱਚ ਹੈ ਤਾਂ ਅਸੀਂ ਸਿੰਪਲੀ ਐਡੀਸ਼ਨ ਕਰਨੀ ਹੁੰਦੀ ਹੈ। ਸੋ ਇੱਦਾਂ ਕਰਕੇ ਜਿਹੜਾ ਅਸੀਂ ਇਫੈਕਟਿਵ ਰੈਜ਼ਿਸਟੈਂਸ ਜਿਹੜਾ ZL ਜਿਹੜਾ ਉਹ ਅਸੀਂ ਨਿਕਾਲ ਦੇਵਾਂਗੇ, ਜਾਂ ਇਫੈਕਟਿਵ ਇੰਪੀਡੈਂਸ ਕਹਿ ਲਓ